ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮਿੱਠਾ ਮੋਹਰਾ। ਅੰਕ ਚੌਥਾ। ਰਾਤ ਨੂੰ ਸ਼ਕੁੰਤਲਾ ਤਾਂ ਸੌਂ ਗਈ, ਪਰ ਜੋਗਿੰਦਰ ਸਿੰਘ ਚੌਖੀ ਰਾਤ ਗਈ ਤੱਕ ਜਾਗਦਾ ਰਿਹਾ। ਉਸ ਨੂੰ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਦੀ ਉਲਝਣ ਵਿੱਚ ਨੀਂਦਰ ਨਹੀਂ ਸੀ ਆਉਂਦੀ। ਅੱਜ ਦੇ ਦ੍ਰਿਸ਼ ਨੂੰ ਯਾਦ ਕਰਕੇ ਉਹ ਘੜੀ ਮੁੜੀ ਵਿਆਕੁਲ ਹੋ ਉੱਠਦਾ। ਅੱਜ ਤੱਕ ਉਹ ਕਿਸ ਤਰ੍ਹਾਂ ਲੁਕਵੇਂ ਢੰਗ ਨਾਲ ਸ਼ਕੁੰਤਲਾ ਨਾਲ ਧਰੋਹ ਕਰਦਾ ਰਿਹਾ ਹੈ, ਇਹ ਯਾਦ ਕਰਕੇ ਉਸਦੇ ਸੀਨੇ ਵਿੱਚ ਅੱਗ ਬਲਣ ਲੱਗ ਪੈਂਦੀ ਸੀ। ਉਸਨੇ ਦਿਲ ਵਿੱਚ ਪੱਕਾ ਫੈਸਲਾ ਕਰ ਲਿਆ ਕਿ ਬਸ ਦੂਜੇ ਵਿਆਹ ਦਾ ਕਦੇ ਭੁੱਲ ਕੇ ਵੀ ਨਾਂ ਨਹੀਂ ਲੈਣਾ। ਇਸ ਦੇ ਨਾਲ ਹੀ ਪਤਾ ਨਹੀਂ ਕਿਹੜੇ ਵੇਲੇ ਉਸਦੇ ਦਿਲ ਦੀ ਕਿਸੇ ਹੋਰ ਤਹਿ ਵਿੱਚੋਂ ਕਈ ਤਰ੍ਹਾਂ ਦੇ ਖਿਆਲ ਸਿਰੀਆਂ ਕੱਢ ਕੇ ਫੈਲਣੇ ਸ਼ੁਰੂ ਹੋ ਜਾਂਦੇ। ਇਹ ਖਿਆਲ ਭਾਂਤ-ਭਾਂਤ ਦੀਆਂ ਸ਼ਕਲਾਂ ਬਣ ਕੇ ਉਸਦੀਆਂ ਅੱਖਾਂ ਅੱਗੇ ਫਿਰਨ ਲੱਗ ਪੈਂਦੇ ਸਨ। ਕਦੇ ਨਵੀਂ ਵਹੁਟੀ ਅੱਧੇ ਚੰਨ ਵਰਗੀ ਸ਼ਿਕਾਰਪੁਰੀ ਨੱਥ ਵਿੱਚੋਂ ਮੁਸਕਰਾਉਂਦੀ ਹੋਈ ਉਸ ਵੱਲ ਨੈਣਾਂ ਦੇ ਬਾਣ ਛੱਡਦੀ ਸੀ। ਕਦੇ ਰੰਗੀਨ ਪੰਘੂੜੇ ਵਿੱਚ ਤੇ ਮਖਮਲ ਦੀਆਂ ਗਦੈਲੀਆਂ ਉੱਤੇ ਇੱਕ ਗੋਰੇ ਤੇ ਗੋਲ ਮੂੰਹ ਵਾਲਾ ਕਾਕਾ ਝੂਟੇ ਲੈਂਦਾ ਦਿਸਦਾ ਸੀ। ਇਹ ਦੋਵੇਂ ਬਾਹਾਂ ਵਧਾ ਕੇ ਚੁੱਕਦਾ ਤੇ ਉਸ ਦੀਆਂ ਲਾਲ ਲਾਲ ਗੱਲਾਂ ਤੇ ਹੋਠਾਂ ਨੂੰ ਚੁੰਮਣ ਲੱਗ ਪੈਂਦਾ। ਕਦੇ ਨਵੀਂ ਵਹੁਟੀ ਦੀ ਸੂਹੇ ਚੂੜੇ ਵਾਲੀ ਬਾਂਹ ਫੜ ਕੇ ਉਸਦੇ ਕੂਲੇ ਤੇ ਮਹਿੰਦੀ ਵਾਲੇ ਹੱਥਾਂ ਨੂੰ ਮਸਲਣ ਲੱਗ ਪੈਂਦਾ। ਜਿਉਂ ਹੀ ਫਿਰ ਮੁੜ ਕੇ ਸ਼ਕੁੰਤਲਾ ਦੀ ਸ਼ਕਲ ਉਸਦੀਆਂ ਅੱਖਾਂ ਅੱਗੇ ਆਉਂਦੀ, ਉਸਦੇ ਸਾਰੇ ਖਿਆਲੀ ਮਹਿਲ ਇੱਟ-ਇੱਟ ਹੋ ਕੇ ਢਹਿ ਜਾਂਦੇ ਸਨ। ਇਸ ਉਧੇੜ ਬੁਣ ਵਿੱਚ ਉਸਨੂੰ ਅੱਧੀ ਰਾਤ ਤੱਕ ਨੀਂਦ ਨਾ ਆਈ। ਜਦ ਸ਼ਕੁੰਤਲਾ ਵੱਡੇ ਵੇਲੇ ਉੱਠੀ ਤਾਂ ਉਸਦੀ ਅਜੀਬ ਹਾਲਤ ਸੀ। ਸਰੀਰ ਵਿੱਚ ਸਾਹ ਨਹੀਂ ਸੀ। ਭਾਵੇਂ ਉਸਦਾ ਪਤੀ ਹੋਰ ਵਿਆਹ ਵੱਲੋਂ ਕੱਲ ਤੌਬਾ ਕਰ ਚੁੱਕਾ ਸੀ, ਪਰ ਸ਼ਕੁੰਤਲਾ ਲਈ ਇਹ ਗੱਲ ਸਹਾਰਨੀ ਵੀ ਔਖੀ ਸੀ ਕਿ ਕੇਵਲ ਆਪਣੇ ਸੁੱਖ ਲਈ ਉਹ ਪਤੀ ਨੂੰ ਕਠਿਨ ਵਕਤ ਦਾ ਧਾਰਨੀ ਬਣਾ ਦੇਵੇ। ਪਰ ਨਾਲ ਹੀ ਜਦ ਸੌਂਕਣ ਘਰ ਵਿੱਚ ਆਉਣ ਦਾ ਖਿਆਲ ਉਸਨੂੰ ਆਉਂਦਾ ਤਾਂ ਉਸਦੇ ਦਿਲ ਨੂੰ ਕੁਝ ਹੋਣ ਲੱਗ ਪੈਂਦਾ ਸੀ। ਉਹ ਐਸੇ ਖਲਜਗਨ ਵਿੱਚ ਫਸੀ ਹੋਈ ਸੀ ਜੋ ਨਿਕਲਣ ਲਈ ਉਸਨੂੰ ਕੋਈ ਰਾਹ ਨਹੀਂ ਸੀ ਦਿਸਦਾ। ਅਖੀਰ ਉਸਨੇ ਦਿਲ ਨੂੰ ਖਿੱਚ ਪਾ ਕੇ ਇੱਕ ਪਾਸੇ ਲਾਉਣ ਦਾ ਯਤਨ ਕੀਤਾ ਤੇ ਝਟਪਟ ਇਸ਼ਨਾਨ ਪਾਣੀ ਕਰਕੇ ਪਾਠ ਨਿਤਨੇਮ ਤੋਂ ਵਿਹਲੀ ਹੋ ਕੇ ਗੁਰਦੁਆਰੇ ਜਾ ਪੁੱਜੀ। ਬੜੀ ਸ਼ਰਧਾ ਤੇ ਨਿਮਰਤਾ ਨਾਲ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਫਿਰ ਮਨ ਦੀ ਇਕਾਗਰਤਾ ਤੇ ਦ੍ਰਿੜਤਾ ਨਾਲ ਮਹਾਰਾਜ ਅੱਗੇ ਬੇਨਤੀਆਂ ਕਰਨ ਲੱਗੀ। ਹੇ ਸਤਿਗੁਰੂ ਜੀ, ਮੈਂ ਤੁਹਾਡੇ ਪ੍ਰਤੱਖ ਸਰੂਪ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਦੇ ਸਾਹਮਣੇ ਪ੍ਰਣ ਕਰਦੀ ਹਾਂ ਕਿ ਅੱਜ ਤੋਂ ਮੈਂ ਆਪਣੇ ਸੁੱਖ ਦੀ ਪਰਵਾਹ ਨਾ ਕਰਕੇ ਉਹਨਾਂ ਨੂੰ ਸੁਖੀ ਰੱਖਣ ਲਈ ਸਭ ਕੁਝ ਕਰਾਂਗੀ। ਹੇ ਸਤਿਗੁਰੂ ਜੀ, ਮੇਰਾ ਦਿਲ ਕਮਜ਼ੋਰ ਹੈ। ਮੈਨੂੰ ਪ੍ਰਣ ਤੋੜ ਨਿਭਾਉਣ ਦੀ ਤਾਕਤ ਬਖਸ਼ਣੀ ਤੇ ਮੇਰੇ ਦਿਲ ਨੂੰ ਡੋਲਣ ਨਾ ਦੇਣਾ। ਬੇਨਤੀ ਕਰਕੇ ਜਦ ਉਸਨੇ ਹਜ਼ੂਰੀ ਵਿੱਚੋਂ ਸਿਰ ਚੁੱਕਿਆ ਤਾਂ ਉਸਨੂੰ ਆਪਣਾ ਦਿਲ ਇਤਨਾ ਹੌਲਾ ਮਾਲੂਮ ਹੁੰਦਾ ਸੀ ਮਾਨੋ ਕਦੇ ਕੋਈ ਗੱਲ ਹੋਈ ਹੀ ਨਹੀਂ। ਉਸਦੇ ਦਿਲ ਵਿੱਚ ਪਤਾ ਨਹੀਂ ਕੀ ਤਾਕਤ ਆ ਗਈ ਜੋ ਉਹ ਸਾਰੀਆਂ ਸ਼ੰਕਾਂ ਭੁੱਲ ਗਈ। ਉਸਦਾ ਦਿਲ ਹੁਣ ਸ਼ਾਂਤ ਤੇ ਅਡੋਲ ਸੀ। ਅੰਕ ਪੰਜਵਾਂ। ਇੱਕ ਦਿਨ ਸੰਧਿਆ ਨੂੰ ਸੈਲ ਸਪਾਟੇ ਤੋਂ ਮੁੜ ਕੇ ਜਦ ਜੋਗਿੰਦਰ ਸਿੰਘ ਜਾਣ ਲੱਗਾ ਤਾਂ ਉਸਦੇ ਦੋਸਤ ਇਕਬਾਲ ਸਿੰਘ ਨੇ ਕਿਹਾ, ਯਾਰ ਹੁਣੇ ਘਰ ਜਾ ਕੇ ਕੀ ਕਰੇਗਾ? ਆ ਜਰਾ ਗੱਪਾਂ ਛੱਪਾਂ ਮਾਰਾਂਗੇ। ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਇਕਬਾਲ ਸਿੰਘ ਆਪਣੀ ਬੈਠਕ ਵਿੱਚ ਪੁੱਜਾ। ਨੌਕਰ ਨੇ ਦੋਹਾਂ ਲਈ ਰੋਟੀ ਲੈ ਆਂਦੀ ਤੇ ਨਾਲ ਹੀ ਕੁਝ ਖਾਣ ਪੀਣ ਦਾ ਸਮਾਨ ਵੀ। ਪੀਂਦਿਆਂ ਖਾਂਦਿਆਂ ਦੋਵੇਂ ਮਸਤੀ ਨਾਲ ਝੂਮਣ ਲੱਗ ਪਏ। ਗੱਲੋ ਗੱਲੀ ਇਕਬਾਲ ਸਿੰਘ ਨੇ ਪੁੱਛਿਆ, ਸੁਣਾ ਯਾਰ, ਫਿਰ ਉਸ ਚਿੱਠੀ ਦਾ ਕੀ ਬਣਿਆ? ਮੇਰੇ ਕੋਲ ਹੋਰ ਵੀ ਇੱਕ ਚਿੱਠੀ ਆਈ ਪਈ ਏ। ਜੋਗਿੰਦਰ ਸਿੰਘ ਨੇ ਕੁਝ ਬੇਪਰਵਾਹੀ ਨਾਲ ਕਿਹਾ, ਨਹੀਂ, ਮੈਂ ਉਸ ਕੰਮ ਦੀ ਸਲਾਹ ਛੱਡ ਦਿੱਤੀ ਏ। ਕਿਉਂ? ਕੌਣ ਮੁਫਤ ਦੀ ਬਿਪਤਾ ਗੱਲ ਪਾ ਲਵੇ? ਨਾਲੇ ਸ਼ਕੁੰਤਲਾ ਵਰਗੀ ਨੇਕ ਪਾਰਸਾ ਜਨਾਨੀ ਉੱਤੇ ਸੌਂਕਣ ਲਿਆ ਬਿਠਾਣੀ ਨਿਹਾਇਤ ਬੁਰੀ ਗੱਲ ਏ। ਇਕਬਾਲ ਸਿੰਘ ਉਸਦੇ ਮੋਢੇ ਤੇ ਇੱਕ ਜ਼ੋਰ ਦਾ ਥੱਪੜ ਮਾਰ ਕੇ ਬੋਲਿਆ, ਵਾਹ ਮੇਰੇ ਯਾਰ, ਤੂੰ ਵੀ 12 ਵਰ੍ਹੇ ਦਿੱਲੀ ਰਹਿ ਕੇ ਪਾਠੀ ਝੋਕਦਾ ਰਿਹਾ ਏ। ਔਲਾਦ ਵਾਸਤੇ ਲੋਕੀ ਕੀ ਨਹੀਂ ਕਰਦੇ। ਮੈਂ ਤੈਨੂੰ ਐਸੇ ਆਦਮੀ ਦੱਸ ਸਕਣਾ ਵਾਂ ਜਿਨ੍ਹਾਂ ਨੇ 4-4 ਵਿਆਹ ਕਰਾਏ ਨੇ। ਤੂੰ ਕੋਈ ਦੋਹਾਂ ਨੂੰ ਇਕੱਠਾ ਰੱਖਣਾ ਏ? ਬੜੀ ਗੱਲ ਹੋਈ ਤਾਂ ਦੋਹਾਂ ਲਈ ਵੱਖੋ ਵੱਖ ਮਕਾਨਾਂ ਦਾ ਬੰਦੋਬਸਤ ਕਰ ਦੇਈਂ। ਹਜੇ ਇਹੋ ਗੱਲਾਂ ਹੋ ਰਹੀਆਂ ਸਨ ਕਿ ਇਕਬਾਲ ਸਿੰਘ ਦਾ ਪੁੱਤਰ ਇਕਬਾਲ ਸਿੰਘ ਦਾ ਨੌਕਰ ਮੁੰਡੇ ਨੂੰ ਕੁੱਛੜ ਚੱਕੀ ਅੰਦਰ ਆਇਆ। ਮੁੰਡਾ 1.5 ਕੁ ਵਰ੍ਹੇ ਦਾ ਸੀ। ਉਸਦੇ ਸਾਫ਼ ਸੁਥਰੇ ਕੱਪੜੇ ਤੇ ਗੁੜਗੁਲਾ ਜਿਹਾ ਮੂੰਹ ਵੇਖ ਕੇ ਇੱਕ ਵਾਰੀ ਫਿਰ ਜੋਗਿੰਦਰ ਸਿੰਘ ਦੇ ਦਿਲ ਵਿੱਚ
ਬੁਝੀ ਅੱਗ ਬਲ ਉੱਠੀ। ਉਸਨੇ ਨੌਕਰ ਦੇ ਹੱਥੋਂ ਮੁੰਡੇ ਨੂੰ ਲੈ ਲਿਆ ਤੇ ਉਸਦੇ ਹੋਠਾਂ ਨੂੰ ਉਂਗਲ ਨਾਲ ਛੇੜ ਕੇ ਉਸਨੂੰ ਹਸਾਉਣ ਲੱਗਾ। ਮੁੰਡੇ ਦਾ ਹਾਸਾ ਤੇ ਤੋਤਲੀਆਂ ਗੱਲਾਂ ਸੁਣ ਕੇ ਉਸਨੂੰ ਕੋਈ ਅਨੋਖਾ ਸਵਾਦ ਆ ਰਿਹਾ ਸੀ। ਇੰਨੇ ਨੂੰ ਮੁੰਡਾ ਰੋਣ ਲੱਗਾ ਤੇ ਇਕਬਾਲ ਸਿੰਘ ਦੇ ਕਹਿਣ ਤੇ ਨੌਕਰ ਉਸਨੂੰ ਬਾਹਰ ਲੈ ਗਿਆ। ਗੱਲ ਛੇੜਦਿਆਂ ਹੋਇਆ ਇਕਬਾਲ ਸਿੰਘ ਨੇ ਫਿਰ ਕਿਹਾ, ਹਾਂ ਸੱਚ, ਮੈਂ ਕੀ ਗੱਲ ਕਰ ਰਿਹਾ ਸਾਂ? ਆਹੋ, ਵਿਆਹ ਦੀ ਗੱਲ। ਨਹੀਂ ਮੇਰੀ ਯਾਰ, ਹੁਣ ਜਦ ਕੰਮ ਹੁੰਦਾ ਏ ਤਾਂ ਤੂੰ ਇਹ ਗਲਤੀ ਨਾ ਕਰ। ਔਲਾਦ ਤੋਂ ਬਿਨਾਂ ਗ੍ਰਹਿਸਤ ਤਾਂ ਸੱਚਮੁੱਚ ਬਵਾਲ ਜਾਣੀ ਹੁੰਦਾ ਏ। ਮੇਰਾ ਖਿਆਲ ਹੈ ਇਸ ਕੰਮ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਤੇ ਨਾਲੇ ਕੁੜੀ ਵੀ ਜਵਾਨ ਏ। ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਜਾਇਦਾਦ ਮਕਾਨ ਦੀ ਕਿਹੜੀ ਗੱਲ ਹੈ? ਉਂਝ ਵੀ ਤਾਂ ਇਹ ਸਭ ਕੁਝ ਔਲਾਦ ਦਾ ਹੀ ਹੁੰਦਾ ਏ। ਰਜਿਸਟਰੀ ਕਰਾਉਣ ਵਿੱਚ ਸਾਡਾ ਹਰਜ ਹੀ ਕੀ ਏ? ਮੈਂ ਤੈਨੂੰ ਐਸੀ ਸਫਾਈ ਨਾਲ ਇਹ ਸਭ ਕੁਝ ਕਰ ਦਿਆਂਗਾ ਜੋ ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ ਹੋਵੇਗੀ। ਯਾਰ ਤੂੰ ਸ਼ੁਕਰ ਨਹੀਂ ਕਰਦਾ ਜੋ ਐਸੀ ਵਹੁਟੀ ਤੈਨੂੰ ਮਿਲ ਰਹੀ ਏ। ਚੰਗੀ ਸਿੱਖਿਆ ਦਾ ਅਸਰ ਤਾਂ ਮਨੁੱਖ ਦੇ ਦਿਲ ਤੇ ਸਮਾਂ ਪਾ ਕੇ ਹੁੰਦਾ ਹੈ, ਪਰ ਭੈੜੀ ਸਿੱਖਿਆ ਜ਼ਹਿਰ ਨਾਲੋਂ ਵੀ ਛੇਤੀ ਅਸਰ ਕਰ ਜਾਇਆ ਕਰਦੀ ਹੈ। ਜੋਗਿੰਦਰ ਸਿੰਘ ਪਹਿਲਾਂ ਤਾਂ ਝਿਜਕਿਆ, ਪਰ ਕੁਝ ਸ਼ਰਾਬ ਦੇ ਲੋਰ ਵਿੱਚ ਤੇ ਕੁਝ ਇਕਬਾਲ ਸਿੰਘ ਦੀਆਂ ਮਸਾਲੇਦਾਰ ਗੱਲਾਂ ਵਿੱਚ ਆ ਕੇ ਉਹ ਸਭ ਕੁਝ ਮੰਨ ਗਿਆ ਤੇ ਇਸ ਕੰਮ ਨੂੰ ਸਿਰੇ ਚੜਾਉਣ ਦਾ ਸਾਰਾ ਭਾਰ ਇਕਬਾਲ ਸਿੰਘ ਨੂੰ ਹੀ ਸੌਂਪ ਕੇ ਝੂਮਦਾ ਝਾਮਦਾ ਘਰ ਮੁੜਿਆ। ਅੰਕ 6ਵਾਂ। ਅਖੀਰ ਕੇਸਰ ਦੀ ਕਿਆਰੀ ਵਿੱਚ ਕਸੁੰਬੇ ਦਾ ਬੂਟਾ ਉੱਗ ਹੀ ਪਿਆ। ਸਮਾਂ ਪਾ ਕੇ ਜੋਗਿੰਦਰ ਸਿੰਘ ਦਾ ਦੂਜਾ ਵਿਆਹ ਹੋ ਗਿਆ ਤੇ ਉਸਨੇ ਘਰ ਜਾਇਦਾਦ ਸਭ ਕੁਝ ਅੰਦਰਖਾਨੇ ਨਵੀਂ ਵਹੁਟੀ ਦੇ ਨਾਂ ਕਰਾ ਦਿੱਤੇ। ਵਹੁਟੀ ਨੇ ਬੜੀ ਧੂਮ-ਧਾਮ ਨਾਲ ਘਰ ਵਿੱਚ ਪ੍ਰਵੇਸ਼ ਕੀਤਾ। ਜੋਗਿੰਦਰ ਸਿੰਘ ਇੱਕੇ ਨਜ਼ਰ ਨਾਲ ਉਸ ਦਾ ਬੇਖਰੀਦ ਹੋ ਗਿਆ। ਵਹੁਟੀ ਦਾ ਨਾਮ ਦਲੀਪ ਕੌਰ ਸੀ। ਉਹ ਮਾਪਿਆਂ ਦੀ ਇਕਲੌਤੀ ਤੇ ਸ਼ਿੰਦੀ ਧੀ ਸੀ। ਚਾਵਾਂ ਮਲਾਰਾਂ ਨਾਲ ਪਲੀ ਸੀ। ਵਿਆਹ ਦੇ ਦਿਨੀ ਛੇਕੜ ਤੋੜੀ ਉਸਦੀਆਂ ਸਹੇਲੀਆਂ ਉਸਨੂੰ ਇਹ ਉਪਦੇਸ਼ ਦਿੰਦੀਆਂ ਰਹੀਆਂ ਸਨ, ਜਾ ਕੇ ਚੰਗੀ ਤਰ੍ਹਾਂ ਸੌਂਕਣ ਦਾ ਚੂੰਡਾ ਖੋਵੀਂ, ਉਹਨੂੰ ਹਰ ਵੇਲੇ ਜੁੱਤੀ ਹੇਠਾਂ ਰੱਖੀ। ਪਹਿਲਾਂ ਪਹਿਲ ਜਾ ਕੇ ਉਸਤੇ ਰੋਹਬ ਦਾ ਸਿੱਕਾ ਬਿਠਾ ਲਏਂਗੀ ਤੇ ਮਗਰੋਂ ਸੁੱਖ ਪਾਵੇਂਗੀ, ਤੇ ਜੇ ਤੂੰ ਜਰਾ ਵੀ ਨਰਮਾਈ ਕੀਤੀ ਤਾਂ ਤੇਰੇ ਸਿਰ ਚੜ ਜਾਏਗੀ। ਮਾਂ ਨੇ ਧੀ ਨੂੰ ਡੋਲੀ ਚੜਨ ਲੱਗਿਆਂ ਇਹੋ ਮੱਤ ਦਿੱਤੀ, ਪੁੱਤਰ ਸੌਂਕਣਦਾਰੀ ਦਾ ਵਿਸਾਰ ਨਾ ਕਰੀ, ਉਸਦੇ ਹੱਥੋਂ ਕਦੇ ਵੀ ਕੋਈ ਚੀਜ਼ ਨਾ ਖਾਈ, ਪਾਣੀ ਵੀ ਨਾ ਪੀਵੀਂ, ਆਪਣਾ ਗਹਿਣਾ ਕੱਪੜਾ ਕਾਬੂ ਰੱਖੀ। ਇਹਨਾਂ ਡੈਣਾਂ ਦਾ ਪਤਾ ਨਹੀਂ ਹੁੰਦਾ, ਵਾਹ ਲੱਗਦੇ ਉਸ ਤੋਂ ਦੂਰ ਦੂਰ ਹੀ ਰਿਹਾ ਕਰੀ ਮੇਰੀ ਬੱਚੀ। ਜਦੋਂ ਦਲੀਪ ਕੌਰ ਦੀ ਡੋਲੀ ਆਈ ਤਾਂ ਸ਼ਕੁੰਤਲਾ ਨੇ ਛੋਟੀਆਂ ਭੈਣਾਂ ਵਾਂਗ ਉਸਦਾ ਆਦਰ ਸਤਿਕਾਰ ਕੀਤਾ ਤੇ ਡੋਲੀਓਂ ਨਿਕਲਦਿਆਂ ਹੀ ਜੱਫੀ ਵਿੱਚ ਲੈ ਕੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ। ਆਪਣੇ ਕੁਝ ਗਹਿਣੇ ਬਣਾ ਕੇ ਉਸਨੇ 5-4 ਬੜੇ ਵਧੀਆ ਗਹਿਣੇ ਉਸ ਲਈ ਪਤੀ ਤੋਂ ਚੋਰੀ ਬਣਵਾ ਰੱਖੇ ਸਨ। ਉਹ ਸੰਦੂਖੜੀ ਚੋਂ ਕੱਢ ਕੇ ਬੜੇ ਪਿਆਰ ਨਾਲ ਉਹਨੂੰ ਪਹਿਨਾ ਦਿੱਤੇ। ਉਸਨੇ ਸੱਸਾਂ ਨਾਲੋਂ ਵੱਧ ਚਾਉ ਮਲਾਰ ਕੀਤਾ। ਜਿਹੜਾ ਵੇਖਦਾ ਸੀ ਸ਼ਕੁੰਤਲਾ ਦੀ ਸਿਦਕ ਸਬੂਰੀ ਤੇ ਆਸ਼-ਆਸ਼ ਕਰਦਾ ਸੀ। ਪਹਿਲੇ ਦਿਨ ਦਲੀਪ ਕੌਰ ਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਸੌਂਕਣ ਏ, ਪਰ ਜਿਉਂ ਹੀ ਉਸਨੂੰ ਇਸ ਗੱਲ ਦਾ ਪਤਾ ਲੱਗਾ ਉਹ ਸ਼ਕੁੰਤਲਾ ਦੇ ਪਰਛਾਵੇਂ ਤੋਂ ਡਰਨ ਲੱਗੀ। ਵਿਆਹ ਤੋਂ ਬਾਅਦ ਕਈ ਦਿਨ ਦੋਵੇਂ ਵਹੁਟੀ ਗੱਭਰੂ ਸਾਕਾ ਸੰਬੰਧੀਆਂ ਦੇ ਘਰੀ ਦਾਵਤਾਂ ਖਾਂਦੇ ਰਹੇ। ਜਦ ਕੁਝ ਦਿਨਾਂ ਬਾਅਦ ਇਸ ਪਾਸਿਓਂ ਵਿਹਲੇ ਹੋਏ ਤਾਂ ਘਰ ਵੱਲ ਮੁਹਾਰਾ ਮੋੜੀਆਂ। ਸ਼ਕੁੰਤਲਾ ਇੰਨੀ ਦਿਨੀ ਮੇਲ ਦੀ ਸੇਵਾ ਸਤਿਕਾਰ ਵਿੱਚ ਹੀ ਖਚਤ ਰਹਿੰਦੀ ਸੀ। ਮੇਲ ਵੀ ਚਲਾ ਗਿਆ। ਸ਼ਕੁੰਤਲਾ ਨੇ ਅੱਜ ਬੜੀ ਯੋਗਤਾ ਨਾਲ ਕਈ ਤਰ੍ਹਾਂ ਦੀਆਂ ਭਾਜੀਆਂ ਖਾਣੇ ਬਣਾ ਕੇ ਰਸੋਈ ਤਿਆਰ ਕੀਤੀ ਸੀ, ਪਰ ਵਹੁਟੀ ਨੇ ਰੋਟੀ ਖਾਣ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੈਨੂੰ ਭੁੱਖ ਨਹੀਂ। ਸ਼ਕੁੰਤਲਾ ਨੇ ਅੱਜ ਸਾਰਾ ਉਚੇਚ ਇਸੇ ਖਾਤਰ ਕੀਤਾ ਸੀ, ਪਰ ਇਹ ਤਿਰਸਕਾਰ ਉਸ ਲਈ ਬੜਾ ਦੁਖਦਾਈ ਸੀ। ਉਸਨੇ ਪਿਆਰ ਨਾਲ ਉਸਨੂੰ ਜੱਫੀ ਵਿੱਚ ਲੈ ਕੇ ਕਿਹਾ, ਭੈਣ ਜਿੰਨੀ ਭੁੱਖ ਹੈ ਉਨਾ ਹੀ ਖਾ ਲੈ, ਪਹਿਲਾਂ ਪਹਿਲਾਂ ਸ਼ਗਨਾਂ ਦਾ ਦਿਨ ਏ। ਪਰ ਦਲੀਪ ਕੌਰ ਛੇਤੀ ਨਾਲ ਉਸਦੀ ਜੱਫੀ ਵਿੱਚੋਂ ਨਿਕਲ ਕੇ ਇਹ ਕਹਿੰਦੀ ਹੋਈ ਅੰਦਰ ਚਲੀ ਗਈ, ਮੈਂ ਜੋ ਕਿਹਾ ਏ ਮੈਨੂੰ ਭੁੱਖ ਨਹੀਂ, ਘੜੀ ਮੁੜੀ ਕਹਿਣ ਦਾ ਕੀ ਫਾਇਦਾ। ਸ਼ਕੁੰਤਲਾ ਮੂੰਹ ਵੇਖਦੀ ਹੀ ਰਹਿ ਗਈ। ਫਿਰ ਅੰਦਰ ਜਾ ਕੇ ਪਤੀ ਨੂੰ ਕਹਿਣ ਲੱਗੀ, ਕਹੋ ਸੋ ਰੋਟੀ ਖਾ ਲਵੇ। ਇਹ ਪਹਿਲਾ ਹੀ ਮੌਕਾ ਸੀ ਜਦੋਂ ਜੋਗਿੰਦਰ ਸਿੰਘ ਨੂੰ ਸ਼ਕੁੰਤਲਾ ਦਾ ਅੰਦਰ ਆਉਣਾ ਬੇਮਲੂਮ ਜਿਹਾ ਬੁਰਾ ਲੱਗਾ। ਨਵੀਂ ਵਹੁਟੀ ਦੇ ਅੰਦਰ ਆਉਣ ਤੇ ਉਹ ਚਾਹੁੰਦਾ ਸੀ ਕਿ ਉਸ ਨਾਲ ਗੱਲਾਂ ਦਾ ਸਿਲਸਿਲਾ ਸ਼ੁਰੂ ਕਰੇ, ਪਰ ਝੱਟ ਹੀ ਮਗਰੋਂ ਸ਼ਕੁੰਤਲਾ ਨੂੰ ਅੰਦਰ ਆਈ ਵੇਖ ਕੇ ਉਸ ਦੀ ਮੁਰਾਦ ਪੂਰੀ ਨਾ ਹੋ ਸਕੀ। ਉਹ ਦਲੀਪ ਕੌਰ ਨੂੰ ਕਹਿਣ ਲੱਗਾ, ਜਾ ਰੋਟੀ ਖਾ ਲਾ ਜਾ ਕੇ। ਦਲੀਪ ਕੌਰ ਪਲੰਗ ਦੀ ਪੈਂਦ ਵੱਲ ਖਲੋਤੀ ਹਾਂ ਜਰਾ ਗੁੱਸੇ ਨਾਲ ਬੋਲੀ, ਮੈਨੂੰ ਨਹੀਂ ਭੁੱਖ,
ਤੇ ਦਿਲੋਂ ਉਹ ਚਾਹੁੰਦੀ ਸੀ ਕਿ ਸ਼ਕੁੰਤਲਾ ਛੇਤੀ ਛੇਤੀ ਮੇਰੀਆਂ ਅੱਖਾਂ ਅੱਗੋਂ ਦੂਰ ਹੋ ਜਾਵੇ। ਜੋਗਿੰਦਰ ਸਿੰਘ ਨੇ ਫਿਰ ਕਿਹਾ, ਭੁੱਖ ਕਿਉਂ ਨਹੀਂ? ਜਿੰਨੀ ਭੁੱਖ ਹੈ ਉਨਾ ਹੀ ਖਾ ਲੈ। ਜਾਂ ਛੇਤੀ ਹੋ, ਰੋਟੀ ਠੰਡੀ ਹੋ ਰਹੀ ਹੋਵੇਗੀ, ਤੇ ਨਾਲੇ ਕੁਰਸੀ ਤੇ ਬੈਠ ਜਾ, ਖੜੀ ਖੜੀ ਕਿਉਂ ਲੱਤਾਂ ਸੁਕਾ ਰਹੀ ਏ? ਦਲੀਪ ਕੌਰ ਨੇ ਉਸੇ ਤਰ੍ਹਾਂ ਖਲੋਤਿਆਂ ਹੀ ਉੱਤਰ ਦਿੱਤਾ, ਕਿੰਨੀ ਵਾਰੀ ਤਾਂ ਕਹਿ ਚੁੱਕੀ ਆਂ ਭੁੱਖ ਨਹੀਂ। ਜੋਗਿੰਦਰ ਸਿੰਘ ਕੁਝ ਸਮਝ ਗਿਆ ਕਿ ਪੱਥਰ ਦੀ ਇੱਕ ਕੱਸੀ ਪਸੇਰੀ ਜਿਸ ਨੂੰ ਮੈਂ ਦਾਣੇ ਤੋਲਣ ਲਈ ਲਿਆਇਆ ਹਾਂ, ਭਾਂਡੇ ਭੰਨਣ ਦਾ ਹੀ ਕੰਮ ਦੇਵੇਗੀ। ਉਸਨੇ ਹੱਸ ਕੇ ਸ਼ਕੁੰਤਲਾ ਨੂੰ ਕਿਹਾ, ਚੱਲ ਛੱਡ ਸੂ, ਨਹੀਂ ਖਾਂਦੀ ਤੇ ਨਾ ਖਾਵੇ, ਆਪੇ ਭੁੱਖ ਲੱਗੇਗੀ ਸੂ ਤਾਂ ਖਾ ਲਵੇਗੀ, ਤੂੰ ਜਾ ਕੇ ਖਾ ਲੈ। ਸ਼ਕੁੰਤਲਾ ਨੇ ਇੱਕ ਵਾਰੀ ਫਿਰ ਪਿਆਰ ਨਾਲ ਉਸਦਾ ਹੱਥ ਫੜ ਕੇ ਕਿਹਾ, ਬੀਬੀ ਭੈਣ, ਆ ਇੱਕ ਦੋ ਗਰਾਈਆਂ ਖਾ ਲੈ। ਝਟਕੇ ਨਾਲ ਹੱਥ ਛੁਡਾ ਕੇ ਵਹੁਟੀ ਨੇ ਮੂੰਹ ਦੂਜੇ ਪਾਸੇ ਮੋੜ ਲਿਆ। ਸ਼ਕੁੰਤਲਾ ਬੇਦਿਲ ਹੋ ਕੇ ਹੇਠਾਂ ਚਲੀ ਗਈ। ਉਸਦੇ ਨਿਕਲਣ ਦੀ ਹੀ ਦੇਰ ਸੀ ਕਿ ਵਹੁਟੀ ਰਾਣੀ ਪਲੰਗ ਤੇ ਬੈਠ ਗਈ। ਜੋਗਿੰਦਰ ਸਿੰਘ ਨੇ ਉਸਨੂੰ ਕਿਹਾ, ਕੀ ਗੱਲ ਹੈ, ਰੋਟੀ ਨਹੀਂ ਸੀ ਖਾਣੀ? ਦਲੀਪ ਕੌਰ ਹੱਥ ਦੀ ਹਥੇਲੀ ਨਾਲ ਪਤੀ ਨੂੰ ਪਰੇ ਤੱਕਦੀ ਹੋਈ ਬੋਲੀ, ਹਟੋ ਪਰਾਂ, ਤੁਹਾਨੂੰ ਤੇ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ। ਕਿਉਂ, ਕੀ ਅਵੱਗਿਆ ਹੋ ਗਈ? ਹਟੋ ਪਰਾਂ, ਮੈਂ ਨਹੀਂ ਬੋਲਣਾ। ਤੇ ਉਹ ਮੂੰਹ ਦੂਜੇ ਪਾਸੇ ਕਰਕੇ ਆਪਣਾ ਹੱਥ ਛੁਡਾਉਣ ਲਈ ਦੂਜੇ ਹੱਥ ਨਾਲ ਪਤੀ ਦੀਆਂ ਉਂਗਲਾਂ ਮਰੋੜਨ ਲੱਗੀ। ਜੋਗਿੰਦਰ ਸਿੰਘ ਲਈ ਵਹੁਟੀ ਰਾਣੀ ਦੀ ਇਹ ਬੁਝਾਰਤ ਬੁੱਝਣੀ ਸੁਖਾਲੀ ਨਹੀਂ ਸੀ। ਉਸਨੇ ਉਤਾਵਲੀ ਨਾਲ ਵਹੁਟੀ ਨੂੰ ਹਸਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਕਿਹਾ, ਪਰ ਗੱਲ ਕੀ ਹੈ, ਪਤਾ ਲੱਗੇ। ਦਲੀਪ ਕੌਰ ਨੇ ਮੂੰਹ ਫੁਲਾ ਕੇ ਕਿਹਾ, ਉਸਦੇ ਹੱਥਾਂ ਦੀ ਚੀਜ਼ ਖਾਣ ਨੂੰ ਮੈਨੂੰ ਨਾ ਕਿਹਾ ਕਰੋ ਬਸ। ਜੋਗਿੰਦਰ ਸਿੰਘ ਦੀਆਂ ਅੱਖਾਂ ਅੱਗੋਂ ਇੱਕ ਪਰਦਾ ਹਟ ਗਿਆ। ਉਸਦੇ ਦਿਮਾਗ ਵਿੱਚ ਟਨਕ ਜਿਹੀ ਵੱਜੀ ਤੇ ਉਸਨੂੰ ਹੁਣ ਪਤਾ ਲੱਗਾ ਕਿ ਜਿਸ ਮਿੱਠੇ ਮੋਹਰੇ ਦਾ ਮੈਂ ਬੀਜ ਬੀਜਿਆ ਹੈ, ਇਹ ਉਸਦੀ ਪਹਿਲੀ ਲਗਰ ਹੈ। ਇੱਕ ਪਲ ਵਿੱਚ ਹੀ ਕਈ ਭਿਆਨਕ ਦ੍ਰਿਸ਼ ਉਸਦੀਆਂ ਅੱਖਾਂ ਅੱਗੋਂ ਲੰਘ ਗਏ। ਉਹ ਹੱਕਾ ਬੱਕਾ ਹੋ ਕੇ ਬੋਲਿਆ, ਕੀ ਕਿਹਾ ਈ? ਉਸਦੇ ਹੱਥਾਂ ਦੀ ਰੋਟੀ? ਇਸ ਗੱਲ ਦਾ ਮਤਲਬ ਮੈਂ ਨਹੀਂ ਸਮਝਿਆ। ਤੁਸੀਂ ਸਮਝੋ ਭਾਵੇਂ ਨਾ ਸਮਝੋ, ਮੈਂ ਇਹਦੇ ਹੱਥਾਂ ਦੀ ਕੋਈ ਚੀਜ਼ ਨਹੀਂ ਖਾਣੀ ਜੇ। ਪਰ ਕਿਉਂ, ਕਿਸ ਗੱਲੋਂ? ਤੁਹਾਨੂੰ ਭਲਾ ਕਾਹਨੂੰ ਪਤਾ ਹੋਣਾ ਏ? ਨਹੀਂ, ਧਰਮ ਨਾਲ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ। ਤੁਹਾਨੂੰ ਪਤਾ ਨਹੀਂ ਨਾ ਸੌਂਕਣਾ ਦੇ ਚਾਲੇ? ਕਿੱਦਾਂ ਦੇ ਚਾਲੇ? ਸਾਡੇ ਪਿੰਡ ਇੱਕ ਜਨਾਨੀ ਨੇ ਆਪਣੀ ਸੌਂਕਣ ਨੂੰ ਰੋਟੀ ਵਿੱਚ ਜ਼ਹਿਰ ਪਾ ਕੇ ਖਵਾ ਦਿੱਤੀ ਸੀ। ਮਾਂ ਕਹਿੰਦੀ ਸੀ ਇਹਨਾਂ ਦਾ ਕਦੀ ਵਸਾ ਨਹੀਂ ਕਰਨਾ ਚਾਹੀਦਾ। ਜੋਗਿੰਦਰ ਸਿੰਘ ਦਾ ਹੁਣ ਮੱਥਾ ਠਣਕਿਆ। ਉਸ ਦਾ ਦਿਲ ਇਸ ਵੇਲੇ ਤੱਕੜੀ ਦੇ ਦੋਹਾਂ ਛਾਬਿਆਂ ਵਿੱਚ ਦੋਹਾਂ ਵਹੁਟੀਆਂ ਨੂੰ ਤੋਲ ਰਿਹਾ ਸੀ। ਉਹ ਇਹ ਵੀ ਚੰਗੀ ਤਰ੍ਹਾਂ ਸਮਝ ਰਿਹਾ ਸੀ ਕਿ ਨਵੀਂ ਵਹੁਟੀ ਦੇ ਦਿਲ ਵਿੱਚ ਸ਼ਕੁੰਤਲਾ ਸੰਬੰਧੀ ਕੀ ਕੁਝ ਭਰਿਆ ਪਿਆ ਹੈ। ਇੱਕ ਠੰਡਾ ਸਾਹ ਭਰ ਕੇ ਉਸਨੇ ਪਿਆਰ ਨਾਲ ਵਹੁਟੀ ਨੂੰ ਕਿਹਾ, ਇਹ ਤੈਨੂੰ ਗਲਤਫਹਿਮੀ ਲੱਗੀ ਏ। ਸ਼ਕੁੰਤਲਾ ਉਹਨਾਂ ਤਰੀਮਤਾਂ ਵਿੱਚੋਂ ਨਹੀਂ, ਇਹ ਸਾਖਿਆਤ ਦੇਵੀ ਏ। ਜਦ ਤੂੰ ਇਸ ਨਾਲ ਵਰਤੇਂਗੀ ਤਾਂ ਤੈਨੂੰ ਪਤਾ ਲੱਗੇਗਾ। ਮੈਂ ਸਮਝਦਾ ਵਾਂ ਤੇਰੇ ਪੇਕਿਆਂ। ਗੱਲ ਮੁੱਕਣ ਤੋਂ ਪਹਿਲਾਂ ਹੀ ਦਲੀਪ ਕੌਰ ਭੁੜਕ ਕੇ ਮੰਜੇ ਤੋਂ 3 ਕਦਮਾਂ ਦੀ ਵਿੱਥ ਤੇ ਜਾ ਖਲੋਤੀ। ਆਪਣੀ ਸੌਂਕਣ ਦੀ ਵਡਿਆਈ ਉਹ ਕਿਸੇ ਹੋਰ ਦੇ ਮੂੰਹੋਂ ਸੁਣਦੀ ਤਾਂ ਵੀ ਸਹਾਰ ਨਾ ਸਕਦੀ, ਪਰ ਆਪਣੇ ਪਤੀ ਦੇ ਮੂੰਹੋਂ ਉਸਦੀਆਂ ਵਡਿਆਈਆਂ, ਜਿਸ ਪਤੀ ਤੇ ਉਸਦਾ ਪੂਰਾ ਅਧਿਕਾਰ ਹੈ, ਉਹ ਗੁੱਸੇ ਨਾਲ ਕੰਬਦੀ ਹੋਈ ਬੋਲੀ, ਮੈਨੂੰ ਨਾ ਇਹੋ ਜਿਹੀਆਂ ਗੱਲਾਂ ਦੱਸੋ, ਬਸ ਮੈਨੂੰ ਨਾ ਬੁਲਾਓ। ਜੋਗਿੰਦਰ ਸਿੰਘ ਨੇ ਵੇਖਿਆ ਕਿ ਇਹਨਾਂ ਤਿਲਾਂ ਵਿੱਚ ਤੇਲ ਨਹੀਂ ਹੈ ਤੇ ਇਸ ਵੇਲੇ ਕਿਸੇ ਸਿੱਖਿਆ ਦਾ ਵੀ ਇਸ ਤੇ ਕੋਈ ਅਸਰ ਨਹੀਂ ਹੋ ਸਕਦਾ। ਉਹ ਇਸ ਗੱਲ ਨੂੰ ਹੋਰ ਸਮੇਂ ਲਈ ਛੱਡ ਕੇ ਤੇ ਕੋਟ ਪਾ ਕੇ ਬਾਹਰ ਚਲਾ ਗਿਆ। ਹੌਲੀ ਹੌਲੀ ਜੋਗਿੰਦਰ ਸਿੰਘ ਨਵੀਂ ਵਹੁਟੀ ਦੇ ਪ੍ਰੇਮ ਰੰਗ ਵਿੱਚ ਸਿਰ ਤੋਂ ਪੈਰਾਂ ਤੱਕ ਰੰਗਿਆ ਗਿਆ। ਸ਼ੁਰੂ ਵਿੱਚ ਉਸਨੂੰ ਸ਼ਕੁੰਤਲਾ ਦਾ ਕੁਝ ਖਿਆਲ ਸੀ ਕਿ ਸ਼ਕੁੰਤਲਾ ਦੇ ਦਿਲ ਤੇ ਲਗਾਤਾਰ ਠੋਕਰਾਂ ਵੱਜ ਰਹੀਆਂ ਹਨ। ਇਹ ਖਿਆਲ ਕਰਕੇ ਉਹ ਕਦੇ-ਕਦੇ ਉਦਾਸ ਹੋ ਜਾਂਦਾ ਹੁੰਦਾ ਸੀ, ਪਰ ਹੁਣ ਉਸਨੂੰ ਸ਼ਕੁੰਤਲਾ ਦੀ ਕਦੇ ਯਾਦ ਵੀ ਨਹੀਂ ਸੀ ਆਉਂਦੀ। ਉਹ ਦਿਨ ਰਾਤ ਉੱਪਰਲੀ ਬੈਠਕ ਵਿੱਚ ਵਹੁਟੀ ਰਾਣੀ ਦੇ ਪ੍ਰੇਮ ਬੰਧਨ ਵਿੱਚ ਹੀ ਜਕੜਿਆ ਰਹਿੰਦਾ ਸੀ। ਹਾਂ, ਉਹ ਇੱਕ ਗੱਲ ਵਿੱਚ ਸਫਲ ਮਨੋਰਥ ਜ਼ਰੂਰ ਹੋ ਗਿਆ ਸੀ। ਉਸਨੇ ਕਹਿ ਸੁਣ ਕੇ ਵਹੁਟੀ ਦੇ ਦਿਲ 'ਚੋਂ ਇਹ ਵਹਿਮ ਕੱਢ ਦਿੱਤਾ ਸੀ ਕਿ ਸੌਂਕਣ ਉਸਨੂੰ ਰੋਟੀ ਵਿੱਚ ਜ਼ਹਿਰ ਦੇ ਦੇਵੇਗੀ ਤੇ ਹੁਣ ਸ਼ਕੁੰਤਲਾ ਦੇ ਹੱਥਾਂ ਦਾ ਰਿੱਧਾ ਪੱਕਾ ਉਹ ਖਾ ਲੈਂਦੀ ਸੀ। ਪਰ ਇਹ ਮਨੋਰਥ ਵੀ ਕੋਈ ਸੁਖਾਲਾ ਹੀ ਨਹੀਂ ਸੀ ਪੂਰਾ ਹੋ ਗਿਆ। ਵਹੁਟੀ ਦੀ ਅੜੀ ਵੇਖ ਕੇ ਸ਼ਕੁੰਤਲਾ ਨੇ ਰਿੰਨਣ ਪਕਾਉਣ ਦਾ ਕੰਮ ਨੌਕਰ ਨੂੰ ਸੌਂਪ ਦਿੱਤਾ ਸੀ। ਅੱਜ ਤੱਕ ਉਸਨੇ ਆਪਣੇ ਹੱਥੀਂ ਹੀ ਰੋਟੀ ਪਕਾ ਕੇ ਪਤੀ ਨੂੰ ਖਵਾਈ ਸੀ, ਪਰ ਹੁਣ ਮਜਬੂਰ ਹੋ ਕੇ ਉਸਨੂੰ ਇਹ ਅਧਿਕਾਰ ਵੀ ਛੱਡਣਾ ਪਿਆ। ਇਸ ਦਾ ਉਸਨੂੰ ਹੱਦੋਂ ਵੱਧ ਦੁੱਖ ਸੀ। ਇਧਰ ਜੋਗਿੰਦਰ ਸਿੰਘ ਨੂੰ ਵੀ ਐਸੀ ਆਦਤ ਪਈ ਹੋਈ ਸੀ ਕਿ ਸ਼ਕੁੰਤਲਾ ਤੋਂ ਬਿਨਾਂ ਹੋਰ ਕਿਸੇ ਦੇ ਹੱਥ ਦੀ ਰੋਟੀ ਉਸਨੂੰ ਸਵਾਦ ਹੀ ਨਹੀਂ ਸੀ ਲੱਗਦੀ।
ਉਸ ਲਈ ਇਹ ਵੀ ਪਹਿਲਾ ਮੌਕਾ ਸੀ ਜਦ ਸ਼ਕੁੰਤਲਾ ਤੋਂ ਬਿਨਾਂ ਉਸਨੂੰ ਕਿਸੇ ਹੋਰ ਦੇ ਹੱਥ ਦੀ ਰੋਟੀ ਖਾਣੀ ਪਈ। ਇਸ ਤੇ ਵਾਧਾ ਇਹ ਕਿ ਨੌਕਰ ਵੀ ਅਨਾੜੀ ਸੀ। ਫੁਲਕਾ ਥਾਲੀ ਵਿੱਚ ਸੁੱਟਦਾ ਤਾਂ ਉਸਦਾ ਘਿਓ ਵਗ ਕੇ ਸਾਰੀ ਥਾਲੀ ਲਿਬੜ ਜਾਂਦੀ ਸੀ। ਦੂਜੇ ਉਸ ਪਾਸੋਂ ਅੱਗ ਵੀ ਇਕਸਾਰ ਨਹੀਂ ਸੀ ਬਲਦੀ, ਜਾਂ ਫੁਲਕਾ ਲੂਸ ਜਾਂਦਾ ਤੇ ਜਾਂ ਸੁੱਕ ਜਾਂਦਾ ਸੀ। ਦਾਲ ਭਾਜੀ ਵਿੱਚ ਲੂਣ ਰੋਜ਼ ਵੱਖਰੀ ਭਾਂਤ ਦਾ ਹੁੰਦਾ ਸੀ। ਇੱਕ ਦਿਨ ਉਸਨੇ ਸਾਬਤ ਮਾਂਹ ਵਿੱਚ ਹਿੰਗ ਦਾ ਤੜਕਾ ਲਾਇਆ। ਉਸ ਵਿਚਾਰੇ ਨੂੰ ਕੀ ਪਤਾ ਸੀ ਹਿੰਗ ਕਿੰਨੀ ਕੁ ਪਾਈ ਦੀ ਹੈ। ਹੱਛੀ ਚੁਟਕੀ ਸਾਰੀ ਪਾ ਦਿੱਤੀ। ਇਹੋ ਕਾਰਨ ਸੀ ਕਿ ਚੌਥੇ ਕੁ ਦਿਨ ਹੀ ਵਹੁਟੀ ਰਾਣੀ ਨੇ ਸੌਂਕਣ ਦੇ ਹੱਥ ਦਾ ਖਾਣਾ ਮਨਜ਼ੂਰ ਕਰ ਲਿਆ, ਪਰ ਕੀਤਾ ਇਸ ਸ਼ਰਤ ਤੇ ਕਿ ਪਤੀ ਨਾਲ ਇੱਕੋ ਥਾਲੀ ਵਿੱਚ ਬੈਠ ਕੇ ਖਾਵਾਂਗੀ ਤੇ ਜਿਹੜਾ ਗਲਾਸ ਪਾਣੀ ਦਾ ਦੇਵੇਗੀ ਉਹ ਅੱਧਾ ਪਹਿਲਾਂ ਪਤੀ ਪੀ ਲਵੇਗਾ ਤੇ ਪਿੱਛੋਂ ਪੀਆਂਗੀ। ਕੁਝ ਦਿਨਾਂ ਬਾਅਦ ਸ਼ਕੁੰਤਲਾ ਦੀ ਨਿਰਸ਼ਲ ਸੇਵਾ ਤੇ ਸਤਿਕਾਰ ਨੇ ਵਹੁਟੀ ਦੇ ਦਿਲ ਵਿੱਚੋਂ ਜ਼ਹਿਰ ਦੇਣ ਵਾਲਾ ਵਹਿਮ ਤਾਂ ਕੱਢ ਦਿੱਤਾ, ਪਰ ਉਂਝ ਉਸ ਨਾਲ ਬੋਲਣ ਚਾਲਣ ਤੋਂ ਉਹ ਸਦਾ ਕੰਨੀ ਕਤਰਾਂਦੀ ਰਹਿੰਦੀ ਸੀ ਤੇ ਲੱਗਦੀ ਵਾ ਪਤੀ ਨੂੰ ਵੀ ਉਸ ਨਾਲੋਂ ਬੋਲਣੋਂ ਚਾਲਣੋਂ ਇਸ ਤਰ੍ਹਾਂ ਟੋਕਦੀ ਰਹਿੰਦੀ ਸੀ ਜਿਕਨ ਕੋਈ ਖੰਘ ਤਾਪ ਦੇ ਰੋਗੀ ਤੋਂ। ਸ਼ਕੁੰਤਲਾ ਇਹ ਸਭ ਕੁਝ ਵੇਖਦੀ ਸੀ, ਪਰ ਵੇਖ ਕੇ ਅਣਡਿੱਠ ਕਰ ਛੱਡਦੀ ਸੀ। ਉਹ ਮਨ ਮਾਰ ਕੇ ਦਿਨ ਰਾਤ ਕੰਮ ਵਿੱਚ ਲੱਗੀ ਰਹਿੰਦੀ ਸੀ। ਉਹਨੂੰ ਨਾ ਖਾਣ ਦੀ ਸੁੱਧ ਸੀ ਨਾ ਹੰਡਾਣ ਦੀ ਵੇਲ। ਉਹ ਹਰ ਵੇਲੇ ਇੱਕ ਜਗਿਆਸੂ ਵਾਂਗ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਮਾਰਨ ਵਿੱਚ ਹੀ ਲੱਗੀ ਰਹਿੰਦੀ ਸੀ। ਅੱਗੇ ਤਾਂ ਉਸ ਤੋਂ ਲੁਕ ਕੇ, ਪਰ ਹੁਣ ਉਹ ਉਸ ਦੇ ਸਾਹਮਣੇ ਹੀ ਦੋਵੇਂ ਵਹੁਟੀ ਗੱਭਰੂ ਇੱਕ ਦੂਜੇ ਦੇ ਗਲ ਵਿੱਚ ਬਾਹਾਂ ਪਾ ਕੇ ਤਰ੍ਹਾਂ ਤਰ੍ਹਾਂ ਦੇ ਹਾਸ ਬਿਲਾਸ ਕਰਦੇ ਰਹਿੰਦੇ ਸਨ। ਸ਼ਕੁੰਤਲਾ ਹੁਣ ਪਤੀ ਦੇ ਕਮਰੇ ਵਿੱਚ ਕਦੇ ਘੱਟ ਵੱਧ ਹੀ ਜਾਂਦੀ ਸੀ। ਜੇ ਕਿਸੇ ਜ਼ਰੂਰੀ ਕੰਮ ਲਈ ਜਾਣਾ ਵੀ ਹੁੰਦਾ ਸੀ ਤਾਂ ਸੰਗਦੀ ਪੈਰਾਂ ਦਾ ਖੜਾਕ ਕਰਦੀ ਹੋਈ ਤੇ ਹੌਲੀ ਹੌਲੀ ਕੁਝ ਗੁਨਗੁਨਾਉਂਦੀ ਹੋਈ। ਸ਼ਕੁੰਤਲਾ ਭਾਵੇਂ ਬੜੀ ਦਲੇਰ ਤੀਵੀਂ ਸੀ, ਉਹ ਆਪਣੇ ਮਨ ਰੂਪੀ ਘੋੜੇ ਤੇ ਚੰਗੀ ਤਰ੍ਹਾਂ ਕਾਬੂ ਪਾਉਂਦੀ ਸੀ, ਪਰ ਉਸਦੇ ਦਿਲ ਵਿੱਚ ਹਰ ਵੇਲੇ ਇੱਕ ਧੂਆਂ ਜਿਹਾ ਧੁਖਦਾ ਰਹਿੰਦਾ ਸੀ। ਇਹ ਗੁੱਝੀ ਪੀੜ ਮੈਨੂੰ ਕਿਉਂ ਹੁੰਦੀ ਰਹਿੰਦੀ ਹੈ ਤੇ ਕੀਕਨ ਹਟੇਗੀ? ਇਸ ਗੱਲ ਨੂੰ ਉਹ ਹਰ ਰੋਜ਼ ਕਿੰਨਾ ਚਿਰ ਸੋਚਦੀ ਰਹਿੰਦੀ ਸੀ, ਪਰ ਜਿਉਂ-ਜਿਉਂ ਸੋਚਦੀ ਸੀ ਤਿਉਂ-ਤਿਉਂ ਉਸਦੇ ਦਿਲ ਦੀ ਸੜਨ ਸਗੋਂ ਵੱਧਦੀ ਹੀ ਜਾਂਦੀ ਸੀ। ਜੋਗਿੰਦਰ ਸਿੰਘ ਵੱਡੇ ਵੇਲੇ ਜਦ ਉੱਠਦਾ ਤਾਂ ਉਹ ਸ਼ੌਚ ਇਸ਼ਨਾਨ ਤੋਂ ਵਿਹਲਾ ਹੋ ਕੇ ਵਹੁਟੀ ਦੀ ਸਰਹੱਦੀ ਕਿੰਨਾ ਚਿਰ ਬੈਠ ਕੇ ਤਰ੍ਹਾਂ ਤਰ੍ਹਾਂ ਦੀਆਂ ਮਨੋਹਰ ਆਵਾਜ਼ਾਂ ਦੇ ਕੇ ਉਸਨੂੰ ਜਗਾਉਣ ਦੇ ਯਤਨ ਕਰਦਾ ਸੀ। ਜਦ ਉਸਦਾ ਇਹ ਯਤਨ ਕਾਰਗਰ ਨਾ ਹੁੰਦਾ ਤਾਂ ਉਹ ਚੁੰਡੀਆਂ ਤੇ ਕਦੇ ਉਸਦੇ ਮੂੰਹ ਤੋਂ ਪੱਲਾ ਲਾ ਕੇ ਉਸਦੇ ਮੱਥੇ ਤੇ ਖਿਲਰੇ ਹੋਏ ਵਾਲਾਂ ਨੂੰ ਸਵਾਰਨ ਲੱਗ ਪੈਂਦਾ ਸੀ। ਵਿੱਚ ਵਹੁਟੀ ਇੱਕ ਅੰਗੜਾਈ ਲੈਂਦੀ ਤੇ ਬੈਠੇ ਹੋਏ ਗਲੇ ਵਿੱਚੋਂ ਇੱਕ ਦੋ ਅੱਧ ਟੁੱਟੀਆਂ ਘੁਰਕੀਆਂ ਦੇ ਕੇ ਹੱਥ ਦੇ ਝਟਕੇ ਨਾਲ ਪਤੀ ਨੂੰ ਪਰਾਂ ਹਟਾ ਕੇ ਫਿਰ ਪਾਸਾ ਪਰਤ ਕੇ ਸੌਂ ਜਾਂਦੀ ਸੀ। ਜੋਗਿੰਦਰ ਸਿੰਘ ਨੂੰ ਇਸ ਵਿੱਚੋਂ ਅਕਹਿ ਆਨੰਦ ਆਉਂਦਾ ਸੀ। ਅਖੀਰ ਘੰਟੇ ਦੀ ਮਿਹਨਤ ਮਗਰੋਂ ਉਹ ਉੱਠ ਬੈਠਦੀ, ਪਰ ਉਸੇ ਤਰ੍ਹਾਂ ਜਿਕਨ ਹਾਰਿਆ ਹੋਇਆ ਜੁਆਰੀਆ ਆਪਣੇ ਲਹਿਣੇਦਾਰ ਦੀ ਆਵਾਜ਼ ਸੁਣ ਕੇ। ਸ਼ਕੁੰਤਲਾ ਹੁਣ ਸਹਿੰਦੜ ਹੋ ਗਈ ਸੀ। ਪਹਿਲਾਂ ਇਹ ਅਨੋਖੇ ਚਾਲੇ ਵੇਖ ਕੇ ਉਹ ਦਿਲ ਵਿੱਚ ਕੁਝ ਖਿੱਚਦੀ ਸੀ, ਪਰ ਹੁਣ ਉਹ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੰਦੀ ਵੀ ਕੀਕਨ। ਉਸ ਨੂੰ ਤਾਂ ਕੰਮ ਧੰਦੇ ਵੱਲੋਂ ਇੱਕ ਮਿੰਟ ਦੀ ਵੇਲ ਨਹੀਂ ਸੀ। ਇਹਨਾਂ ਦਿਨਾਂ ਵਿੱਚ ਹੀ ਉਸਦਾ ਨੌਕਰ ਬਿਮਾਰ ਹੋ ਕੇ ਘਰ ਚਲਾ ਗਿਆ। ਹੁਣ ਤਾਂ ਸ਼ਕੁੰਤਲਾ ਦੇ ਸਿਰ ਤੇ ਹੋਰ ਵੀ ਭਾਰ ਪੈ ਗਿਆ। ਪਾਣੀ ਗਰਮ ਕਰਨਾ, ਭਾਂਡੇ ਮਾਂਜਣੇ, ਘਰ ਸਵਾਰਨਾ ਆਦਿ ਬਹੁਤ ਸਾਰੇ ਕੰਮ ਜਿਹੜੇ ਅੱਗੇ ਨੌਕਰ ਕਰਦਾ ਹੁੰਦਾ ਸੀ ਉਹ ਵੀ ਸ਼ਕੁੰਤਲਾ ਨੂੰ ਹੀ ਕਰਨੇ ਪੈਂਦੇ ਸਨ, ਪਰ ਉਸਨੂੰ ਜਿੰਨਾ ਵਧੇਰੇ ਕੰਮ ਕਰਨਾ ਪੈਂਦਾ ਸੀ ਓਨੀ ਹੀ ਖੁਸ਼ੀ ਹੁੰਦੀ ਸੀ। ਇਸ ਤਰ੍ਹਾਂ ਉਸਦੇ ਦਿਲ ਦੀ ਸੜਨ ਕੁਝ ਘੱਟ ਜਾਪਦੀ ਸੀ, ਪਰ ਫਿਰ ਵੀ ਕਦੀ ਉਹ ਇੱਕਦਮ ਅਧੀਰ ਹੋ ਉੱਠਦੀ। ਪਿਛਲੀਆਂ ਗੱਲਾਂ ਦਾ ਚੇਤਾ ਆ ਕੇ ਮੱਲੋ ਮੱਲੀ ਉਸਨੂੰ ਬੇਹਾਲ ਕਰ ਦਿੰਦਾ ਸੀ। ਉਹ ਸੋਚਦੀ, ਇੱਕ ਦਿਨ ਉਹ ਸੀ ਜਦ ਮੇਰੇ ਪਤੀ ਉੱਤੇ ਮੇਰਾ ਕਬਜ਼ਾ ਸੀ। ਮੈਨੂੰ ਵੇਖ ਕੇ ਉਹ ਕੱਪੜਿਆਂ ਵਿੱਚ ਨਹੀਂ ਸਨ ਸਮਾਉਂਦੇ। ਮੈਨੂੰ ਕੰਮ ਕਰਦੀ ਨੂੰ ਜਰਾ ਕੁ ਚਿਰ ਹੋ ਜਾਂਦਾ ਸੀ ਤਾਂ ਵਿਆਕੁਲ ਹੋ ਉੱਠਦੇ ਸਨ, ਪਰ ਹੁਣ ਇੱਕ ਦੋ ਅੱਖਰਾਂ ਦਾ ਸ਼ਬਦ ਵੀ ਉਹਨਾਂ ਦੇ ਮੂੰਹੋਂ ਸੁਣਨ ਲਈ ਮਹੀਨਿਆਂ ਬੱਧੀ ਤਰਸਦੀ ਰਹਿੰਦੀ ਹਾਂ। ਕੀ ਮੈਂ ਇਹਨਾਂ ਦਾ ਦੂਜਾ ਵਿਆਹ ਇਸੇ ਲਈ ਕਰਾਇਆ ਸੀ ਕਿ ਇਹ ਸਦਾ ਲਈ ਮੈਥੋਂ ਦੂਰ ਚਲੇ ਜਾਣ? ਜੋਗਿੰਦਰ ਸਿੰਘ ਜਦ ਦਫ਼ਤਰੋਂ ਆਉਂਦਾ ਸੀ ਤਾਂ ਉਸਨੂੰ ਉੱਪਰ ਜਾਣ ਦੀ ਬੜੀ ਕਾਹਲੀ ਹੁੰਦੀ ਸੀ। ਉਹ ਸ਼ਕੁੰਤਲਾ ਨੂੰ ਮੈਲੇ ਚੀਥੜੇ ਪਾਈ ਕਦੇ ਵਿਹੜੇ ਵਿੱਚ ਬੌਕਰ ਦਿੰਦੀ, ਕਦੇ ਭਾਜੀ ਚੀਰਦੀ ਤੇ ਕਦੇ ਭਾਂਡੇ ਮਾਂਜਦੀ ਵੇਖਦਾ ਸੀ। ਉਸਦੇ ਦਿਲ ਵਿੱਚ ਉਸ ਪ੍ਰਤੀ ਕੋਈ ਹਮਦਰਦੀ ਜ਼ਰੂਰ ਸੀ ਤੇ ਉਸਦੀ ਅਵਸਥਾ ਦਾ ਅਨੁਮਾਨ ਕਰਕੇ ਕਦੇ ਉਹ ਅਧੀਰ ਹੋ ਉੱਠਦਾ ਸੀ, ਪਰ ਨਾਲ ਹੀ ਉਹ ਆਪਣੇ ਆਪ ਵਿੱਚ ਇਤਨਾ ਸ਼ਰਮਿੰਦਾ ਸੀ, ਇਤਨਾ ਗੁਨਾਹਗਾਰ ਸੀ ਕਿ ਉਸਦੇ ਸਾਹਮਣੇ ਠਹਿਰਨ ਜਾਂ ਅੱਖ ਉੱਚੀ ਕਰਨ ਦਾ ਉਸਨੂੰ ਹਿਆ ਹੀ ਨਹੀਂ ਸੀ ਪੈਂਦਾ।
ਜਦ ਕਿਸੇ ਦੁਕਾਨਦਾਰ ਨੂੰ ਆਪਣੀ ਦੁਕਾਨ ਵਿੱਚੋਂ ਹੱਦੋਂ ਵੱਧ ਘਾਟਾ ਪੈਣਾ ਸ਼ੁਰੂ ਹੋ ਜਾਵੇ ਅਤੇ ਲਹਿਣੇਦਾਰਾਂ ਦੀ ਲਾਮ-ਡੋਰੀ ਉਸਦੇ ਪਿੱਛੇ ਲੱਗ ਜਾਵੇ ਤਾਂ ਉਹ ਲਹਿਣੇਦਾਰਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਲਾਂਬੇ ਫਿਰਦਾ ਹੋਇਆ ਵਕਤ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੰਦਾ ਹੈ। ਜੋਗਿੰਦਰ ਸਿੰਘ ਦਾ ਵੀ ਇਹੋ ਹਾਲ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਸ਼ਕੁੰਤਲਾ ਦਾ ਦੋਸ਼ੀ ਹੈ, ਉਸ ਦੇ ਸੁੱਖਾਂ ਨੂੰ ਨਸ਼ਟ ਕਰਨ ਵਾਲਾ ਹੈ, ਪਰ ਇਹ ਮਰਜ਼ ਹੁਣ ਉਸ ਨੂੰ ਅਜਿਹੀ ਬੇਇਲਾਜ ਮਾਲੂਮ ਹੁੰਦੀ ਸੀ ਜਿਸ ਦਾ ਸੰਸਾਰ ਵਿੱਚ ਕੋਈ ਦਾਰੂ ਨਹੀਂ ਸੀ। ਇੱਕ ਦਿਨ ਦੀ ਗੱਲ ਹੈ, ਸ਼ਕੁੰਤਲਾ ਦੋਹਾਂ ਲਈ ਚਾਹ ਲੈ ਕੇ ਉੱਪਰ ਚਲੀ ਗਈ, ਪਰ ਉਸਨੇ ਡਿੱਠਾ ਕਿ ਬੂਹਾ ਅੰਦਰੋਂ ਬੰਦ ਹੈ। ਉਹ ਪਿਛਾਂਹ ਮੁੜ ਚੱਲੀ ਸੀ ਜੋ ਅਚਾਨਕ ਉਸਦੀ ਨਜ਼ਰ ਪਤੀ ਦੇ ਬੂਟਾਂ ਤੇ ਪਈ। ਕੱਲ ਪਰਸੋਂ ਦਾ ਮੀਂਹ ਪੈ ਰਿਹਾ ਸੀ, ਜਿਸ ਕਰਕੇ ਬੂਟਾਂ ਉੱਤੇ ਚਿੱਕੜ ਦੇ ਛਿੱਟੇ ਪਏ ਹੋਏ ਸਨ। ਉਸਨੇ ਜ਼ਰਾ ਖਿਆਲ ਨਾਲ ਡਿੱਠਾ ਤਾਂ ਬੂਟਾਂ ਦੀਆਂ ਨੋਕਾਂ ਪੁਰ ਤੇ ਕਈ ਹੋਰਨੀ ਥਾਈਂ ਟੱਕ ਜੇ ਲੱਗੇ ਹੋਏ ਸਨ। ਉਹ ਸਮਝ ਗਈ ਕਿ ਕਿਸੇ ਮੁੰਡੇ ਪਾਸੋਂ ਇਹਨਾਂ ਪਾਲਿਸ਼ ਕਰਾਏ ਹੋਣੇ ਨੇ। ਕੀਕਨ ਖੁਰਚਣ ਲੱਗਿਆਂ ਅਣਜਾਣ ਮੁੰਡੇ ਨੇ ਚਮੜੇ ਨੂੰ ਵੱਡੇ ਪਾ ਦਿੱਤੇ ਹਨ। ਦਲੀਪ ਕੌਰ ਦੇ ਆਉਣ ਤੋਂ ਪਹਿਲਾਂ ਸ਼ਕੁੰਤਲਾ ਆਪ ਹੀ ਰੋਜ਼ ਪਤੀ ਦੇ ਬੂਟ ਪਾਲਿਸ਼ ਕਰਦੀ ਤੇ ਚਿਰਾਂ ਤੋੜੀ ਬੁਰਸ਼ ਮਾਰ ਕੇ ਉਹਨਾਂ ਨੂੰ ਖੁਦ ਚਮਕਾਉਂਦੀ ਹੁੰਦੀ ਸੀ, ਪਰ ਹੁਣ ਉਸਦਾ ਹੋਰ ਅਧਿਕਾਰਾਂ ਦੇ ਨਾਲ ਹੀ ਇਹ ਅਧਿਕਾਰ ਵੀ ਖੁੱਸ ਚੁੱਕਾ ਸੀ। ਗੱਲ ਭਾਵੇਂ ਛੋਟੀ ਜਿਹੀ ਸੀ, ਪਰ ਸ਼ਕੁੰਤਲਾ ਦੇ ਦਿਲ ਵਿੱਚ ਬਰਸ਼ੀ ਜਿਹੀ ਖੁੱਭ ਗਈ। ਉਹਨੇ ਉੱਪਰ ਜਾਲੇ ਵਿੱਚ ਵੇਖਿਆ, ਬੁਰਸ਼ ਤੇ ਪਾਲਿਸ਼ ਦੀ ਡੱਬੀ ਇਸੇ ਵਿੱਚ ਰੱਖਦੀ ਹੁੰਦੀ ਸੀ। ਦੋਵੇਂ ਚੀਜ਼ਾਂ ਉੱਥੇ ਪਈਆਂ ਸਨ ਤੇ ਉਹਨਾਂ ਉੱਤੇ ਧੂੜ ਜੰਮੀ ਹੋਈ ਸੀ। ਸ਼ਕੁੰਤਲਾ ਨੂੰ ਪਤਾ ਨਹੀਂ ਕੀ ਸੁੱਝੀ। ਉਹ ਦੱਬੇ ਪੈਰੀ ਜਾ ਕੇ ਚਾਹ ਦਾ ਸਮਾਨ ਰਸੋਈ ਘਰ ਵਿੱਚ ਰੱਖ ਆਈ ਤੇ ਫਿਰ ਉੱਪਰ ਆ ਕੇ ਦਲੀਜ ਪਾਸ ਬੈਠ ਕੇ ਬੂਟਾਂ ਨੂੰ ਪਾਲਿਸ਼ ਕਰਨ ਲੱਗੀ। ਗਲਾਸ ਵਿੱਚੋਂ ਲੀਰ ਭਿਉਂ ਕੇ ਬੂਟਾਂ ਦਾ ਚਿੱਕੜ ਸਾਫ਼ ਕਰ ਰਹੀ ਸੀ ਕਿ ਇਸੇ ਵੇਲੇ ਉਸਨੂੰ ਅੰਦਰੋਂ ਗੱਲਾਂ ਦੀ ਆਵਾਜ਼ ਆਈ। ਉਸਦੇ ਹੱਥ ਕੰਮ ਵੱਲ ਤੇ ਕੰਨ ਗੱਲਾਂ ਵੱਲ ਸਨ। ਉਹ ਸਰਕ ਕੇ ਜਰਾ ਬੂਹੇ ਨਾਲ ਹੋ ਬੈਠੀ। ਜੋਗਿੰਦਰ ਸਿੰਘ ਕਹਿ ਰਿਹਾ ਸੀ, ਪਰ ਉਹ ਤੇਰਾ ਕੁਝ ਲੈਂਦੀ ਪਈ ਏ, ਸਗੋਂ ਤੈਨੂੰ 7 ਕੰਮ ਸਵਾਰ ਕੇ ਦਿੰਦੀ ਏ, ਮੁਫਤ ਦੀ ਨੌਕਰਾਨੀ ਮਿਲੀ ਹੋਈ ਏ। ਵਹੁਟੀ ਬੋਲੀ, ਬਸ ਮੈਂ ਤੁਹਾਨੂੰ ਕਹਿ ਦਿੱਤਾ, ਜੇ ਮੈਂ ਇਸ ਕਲੈਣੀ ਰੰਨ ਦਾ ਮੂੰਹ ਨਹੀਂ ਜੇ ਵੇਖਣਾ। ਭੈੜੀ ਭ੍ਰਿਸ਼ਟੀ ਹੋਈ ਦੀ ਸ਼ਕਲ ਏ ਤੇ ਵੇਖੋ ਜਿਵੇਂ ਹੁਣੇ ਕਬਰਾਂ ਵਿੱਚੋਂ ਨਿਕਲ ਕੇ ਆਈ ਹੁੰਦੀ ਏ। ਜਿੱਦਣ ਵੱਡੇ ਵੇਲੇ ਮੱਥੇ ਲੱਗ ਜਾਏ ਰੋਟੀ ਵੀ ਨਸੀਬ ਨਹੀਂ ਹੁੰਦੀ। ਇਸ ਘਰ ਵਿੱਚ ਜਾਂ ਉਹਨੂੰ ਰੱਖੋ ਜਾਂ ਮੈਨੂੰ ਰੱਖੋ। ਤੇ ਉਹ ਡੁਸਕ ਕੇ ਰੋਣ ਲੱਗ ਪਈ। ਜੋਗਿੰਦਰ ਸਿੰਘ ਨੇ ਉਸਨੂੰ ਪਿਆਰ ਨਾਲ ਪਲੋਸਦਿਆਂ ਹੋਇਆਂ ਕਿਹਾ, ਅੱਛਾ ਜੀਕਨ ਕਹੇਂਗੀ ਉਸੇ ਤਰ੍ਹਾਂ ਕਰਾਂਗਾ। ਮੈਂ ਕਦੇ ਤੇਰੀ ਗੱਲ ਮੋੜੀ ਏ? ਤੂੰ ਐਵੇਂ ਰਤੀ ਗੱਲ ਤੇ ਗੁੱਸੇ ਹੋ ਜਾਨੀ ਏ। ਆਹੋ ਜੀ, ਕਾਹਨੂੰ ਕਦੇ ਮੋੜੀ ਜੇ, ਵਰਾਂ ਹੋਣ ਲੱਗਾ ਏ, ਕਹਿ ਕੇ ਥੱਕ ਗਈਆਂ। ਸੁਆ ਮੇਰੀ ਗੱਲ ਮੰਨੀ ਜੇ, ਕਿੰਨੀ ਵਾਰੀ ਕਰਾਰ ਵੀ ਕਰ ਚੁੱਕੇ ਹੋ, ਤੁਹਾਨੂੰ ਤੇ ਖੌਰੇ ਸ਼ਰਮ ਵੀ ਨਹੀਂ ਆਉਂਦੀ। ਅੱਛਾ ਮੇਰੀ ਮਾਲਕ, ਮੈਂ ਬਹੁਤ ਛੇਤੀ ਹੁਕਮ ਦੀ ਤਾਮੀਲ ਕਰਾਂਗਾ। ਮੈਂ ਤਾਂ ਆਪ ਉਸ ਚੁੜੇਲ ਦਾ ਮੂੰਹ ਨਹੀਂ ਵੇਖਣਾ ਚਾਹੁੰਦਾ, ਪਰ ਕੀ ਕਰਾਂ? ਮੈਂ ਸੋਚਣਾ ਵਾ ਉਸਨੂੰ ਕਿਹੜੇ ਤਰੀਕੇ ਨਾਲ ਦਫਾ ਕਰਾਂ। ਮੈਂ ਤਾਂ ਆਪ ਉਸ ਚੁੜੇਲ ਦਾ ਮੂੰਹ ਨਹੀਂ ਵੇਖਣਾ ਚਾਹੁੰਦਾ। ਸ਼ਕੁੰਤਲਾ ਦੇ ਕਲੇਜੇ ਨੂੰ ਇਸ ਛੋਟੇ ਜਿਹੇ ਵਾਕ ਨੇ ਕਿੰਨਾ ਕੁ ਫੱਟੜ ਕੀਤਾ, ਸ਼ਾਇਦ ਓਨਾ ਹੀ ਜਿੰਨਾ ਮਨਸੂਰ ਨੂੰ ਸਿਬਲੀ ਦੇ ਫੁੱਲ ਨੇ ਕੀਤਾ ਸੀ। ਇਹ ਉਸੇ ਪਤੀ ਦੇ ਸ਼ਬਦ ਹਨ ਜੋ ਕਦੇ ਉਸ ਉੱਤੋਂ ਜਾਨ ਸਦਕੇ ਕਰਨ ਦੇ ਦਾਈ ਦੇ ਬੰਦਾ ਹੁੰਦਾ ਸੀ। ਅੱਜ ਤੱਕ ਉਸਦਾ ਇਹੋ ਖਿਆਲ ਸੀ ਕਿ ਪਤੀ ਦੇ ਦਿਲ ਵਿੱਚ ਜੇ ਉਸਦਾ ਸਤਿਕਾਰ ਨਹੀਂ ਤਾਂ ਘ੍ਰਿਣਾ ਵੀ ਤਾਂ ਨਹੀਂ, ਪਰ ਅੱਜ ਦੇ ਇਸ ਵਾਕ ਨੇ ਉਸਦਾ ਇਹ ਖਿਆਲ ਵੀ ਨਿਰਮੂਲ ਕਰ ਦਿੱਤਾ। ਉਹ ਸਮਝ ਗਈ ਕਿ ਨਵੀਂ ਵਹੁਟੀ ਦੀਆਂ ਨਿੱਤ ਦੀਆਂ ਚੁੱਕਾਂ ਨੇ ਉਸਨੂੰ ਪਤੀ ਦੀਆਂ ਨਜ਼ਰਾਂ ਵਿੱਚ ਕੀ ਕੁਝ ਬਣਾ ਦਿੱਤਾ। ਉਸਦਾ ਬੁਰਸ਼ ਵਾਲਾ ਹੱਥ ਬੂਟ ਤੇ ਉੱਥੇ ਹੀ ਰੁਕ ਗਿਆ ਤੇ ਉਹ ਜਰਾ ਹੋਰ ਗੌਰ ਨਾਲ ਅੰਦਰਲੀਆਂ ਗੱਲਾਂ ਸੁਣਨ ਲੱਗੀ। ਦਲੀਪ ਕੌਰ ਕਹਿ ਰਹੀ ਸੀ, ਇਹ ਵੀ ਕੋਈ ਵੱਡੀ ਗੱਲ ਹੈ, ਕਹਿ ਦਿਓ ਸੂ ਤੇਰੇ ਪੇਕਿਓਂ ਖੱਤ ਆਇਆ ਏ, ਉਹਨਾਂ ਤੈਨੂੰ ਸੱਦਿਆ ਏ। ਤੇ ਜੇ ਉਹਨੇ ਖੱਤ ਵੇਖਣ ਨੂੰ ਕਿਹਾ ਫੇਰ? ਅੱਛਾ ਇਉਂ ਕਰੋ, ਇੱਕ ਚਿੱਠੀ ਆਪ ਹੀ ਲਿਖ ਕੇ ਤੇ ਕਿਸੇ ਪੁਰਾਣੇ ਉਸ ਦੇ ਪੇਕਿਓਂ ਆਏ ਲਿਫਾਫੇ ਵਿੱਚ ਪਾ ਕੇ ਉਸਨੂੰ ਦੇ ਦੇਣੀ। ਪਰ ਉਹ ਤੇ ਗੁਰਮੁਖੀ ਪੜੀ ਹੋਈ ਹੈ, ਪੇਕਿਆਂ ਦੇ ਦਸਤਖਤ ਪਛਾਣਦੀ ਏ। ਸਿਆਪਾ, ਤੁਹਾਡੀ ਤੇ ਆਪਣੀ ਸਲਾਹ ਨਹੀਂ, ਐਵੇਂ ਡਏ ਹੋਏ ਨੇ ਨਖਰੇ ਕਰਨ। ਫੇਰ ਉਹੀ ਗੱਲ, ਮੈਂ ਤੇ ਸਗੋਂ ਤੇਰੇ ਪਾਸੋਂ ਤਰੀਕਾ ਪੁੱਛ ਰਿਹਾ ਵਾਂ, ਤੂੰ ਆਪਣੀਆਂ ਮਾਰੀ ਜਾਨੀ ਏ। ਸ਼ਕੁੰਤਲਾ ਬੂਟਾਂ ਨੂੰ ਪਾਲਿਸ਼ ਕਰਕੇ ਤਸਮੇ ਪਾ ਚੁੱਕੀ ਸੀ। ਝਾਟੀ ਉਸਨੂੰ ਖਿਆਲ ਆਇਆ, ਜੇ ਬੂਟਾਂ ਨੂੰ ਮੈਂ ਇੱਥੇ ਹੀ ਰਹਿਣ ਦਿੱਤਾ ਤਾਂ ਵੇਖ ਕੇ ਉਹ ਸਮਝ ਜਾਣਗੇ ਕਿ ਇੱਥੇ ਬੈਠ ਪਾਲਿਸ਼ ਕਰਨ ਦੇ ਬਹਾਨੇ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ਹਾਂ। ਉਹ ਬੂਟਾਂ ਨੂੰ ਚੁੱਕ ਕੇ ਹੇਠਾਂ ਹੀ ਲੈ ਗਈ। ਦਲੀਪ ਕੌਰ ਭਾਵੇਂ ਸ਼ਕੁੰਤਲਾ ਨੂੰ ਇਸ ਤੋਂ ਵੀ 100 ਗੁਣਾ ਵੱਧ ਚੁਭਵੀਆਂ ਗੱਲਾਂ ਕਹਿ ਜਾਂਦੀ, ਪਰ ਅੱਜ ਆਪਣੇ ਹੀ ਪਤੀ ਦੇ ਮੂੰਹੋਂ ਇਹ ਸੁਣ ਕੇ ਸ਼ਕੁੰਤਲਾ ਨੂੰ ਇਉਂ ਮਾਲੂਮ ਹੋਇਆ
ਜਿਸ ਤਰ੍ਹਾਂ ਉਸ ਨੂੰ ਕਿਸੇ ਨੇ ਤਪਦੇ ਕੜਾਹੇ ਵਿੱਚ ਪਾ ਕੇ ਤਲ ਸੁੱਟਿਆ ਹੈ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਸ ਘਰ ਵਿੱਚ ਉਸ ਲਈ ਹੁਣ ਕੋਈ ਥਾਂ ਨਹੀਂ ਹੈ। ਉਸ ਦਾ ਦਿਲ ਕੀਤਾ ਕਿ ਹੁਣੇ ਜਿਸ ਵੇਲੇ ਉਹ ਬੂਟ ਪਾਣ ਲੱਗਣਗੇ ਤਾਂ ਉਹਨਾਂ ਨਾਲ 2-4 ਦਿਲ ਦੀਆਂ ਗੱਲਾਂ ਕਰਕੇ ਤੇ ਫਿਰ ਆਪਣੇ ਲਈ ਕੁਝ ਸੋਚਾਂਗੀ, ਪਰ ਝੱਟ ਉਸ ਦਾ ਖਿਆਲ ਦੂਸਰੀ ਸ਼ਕਲ ਫੜ ਗਿਆ ਤੇ ਉਹ ਆਪਣੇ ਆਪ ਨੂੰ ਦਿਲ ਵਿੱਚ ਲਾਂਤਾ ਪਾਣ ਲੱਗੀ। ਇਸ ਵੇਲੇ ਉੱਪਰੋਂ ਆਵਾਜ਼ ਆਈ, ਚਾਹ ਲਿਆਓ। ਸ਼ਕੁੰਤਲਾ ਚਾਹ ਜਾ ਕੇ ਮੇਜ਼ ਤੇ ਰੱਖ ਆਈ ਤੇ ਆਪ ਫਿਰ ਆ ਕੇ ਇਹਨਾਂ ਸੋਚਾਂ ਵਿੱਚ ਪੈ ਗਈ। ਉਧਰ ਜੋਗਿੰਦਰ ਸਿੰਘ ਜਦ ਚਾਹ ਪੀਣ ਤੋਂ ਵਿਹਲਾ ਹੋ ਕੇ ਬਾਹਰ ਨਿਕਲਿਆ ਤਾਂ ਉੱਥੇ ਬੂਟ ਨਹੀਂ ਸਨ। ਉਸਨੇ ਦਲੀਪ ਕੌਰ ਨੂੰ ਕਿਹਾ, ਮੇਰੇ ਬੂਟ ਕਿੱਥੇ ਗਏ? ਵਹੁਟੀ ਨੂੰ ਝੱਟ ਹੀ ਖਿਆਲ ਆਇਆ ਜੋ ਹੁਣੇ ਸ਼ਕੁੰਤਲਾ ਆਈ ਸੀ ਉਸਨੇ ਕਿਤੇ ਲੁਕਾ ਦਿੱਤੇ ਹੋਣਗੇ, ਨਾਲੇ ਉਹ ਅੱਗੇ ਹੀ ਉਸ ਉੱਤੇ ਭਰੀ ਪੀਤੀ ਹੋਈ ਸੀ। ਗੁੱਸੇ ਨਾਲ ਬੋਲੀ, ਉਸੇ ਡੈਨ ਨੇ ਕਿਤੇ ਲੁਕਾ ਦਿੱਤੇ ਹੋਣੇ ਨੇ, ਹੋਰ ਕਿੱਥੇ ਗਏ? ਵੇਖੋ ਜੇ ਇਸ ਕੁਪੱਤੀ ਰੰਨ ਦੇ ਚਾਲੇ। ਜੋਗਿੰਦਰ ਸਿੰਘ ਨੂੰ ਸ਼ਕੁੰਤਲਾ ਦੇ ਦੋਸ਼ੀ ਹੋਣ ਦਾ ਇੱਕ ਹੋਰ ਜਿਉਂਦਾ ਜਾਗਦਾ ਸਬੂਤ ਮਿਲ ਗਿਆ, ਜਿਸ ਨੇ ਉਸਦੇ ਪਿਛਲੇ ਸਾਰੇ ਦੋਸ਼ਾਂ ਦੀ ਧੁੰਦਲੀ ਤਸਵੀਰ ਨੂੰ ਇੱਕਦਮ ਚਮਕਾ ਦਿੱਤਾ। ਉਸਨੇ ਉੱਤੋਂ ਹੀ ਕੜਕ ਕੇ ਆਵਾਜ਼ ਦਿੱਤੀ, ਸ਼ਕੁੰਤਲਾ। ਸ਼ਕੁੰਤਲਾ ਨੂੰ ਭਾਵੇਂ ਪਤੀ ਦੇ ਮੂੰਹੋਂ ਇਹ ਸ਼ਬਦ ਸੁਣਨ ਦੀ ਸੱਦਰ ਜਿਹੀ ਪੈ ਗਈ ਸੀ, ਪਰ ਅੱਜ ਇਹੋ ਆਵਾਜ਼ ਸੁਣ ਕੇ ਉਹ ਸਿਰ ਤੋਂ ਪੈਰਾਂ ਤੱਕ ਕੰਬ ਉੱਠੀ। ਜਦ ਤੋਂ ਉਸਦਾ ਵਿਆਹ ਹੋਇਆ ਸੀ ਇਹ ਪਹਿਲਾ ਮੌਕਾ ਸੀ ਕਿ ਪਤੀ ਨੇ ਉਸਨੂੰ ਇਸ ਤਰ੍ਹਾਂ ਕਹਿਰ ਭਰੇ ਗੁੱਸੇ ਨਾਲ ਬੁਲਾਇਆ ਹੋਵੇ। ਉਹ ਡਰਦੀ ਡਰਦੀ ਬੋਲੀ, ਹਾਂਜੀ। ਜੋਗਿੰਦਰ ਸਿੰਘ ਨੇ ਫਿਰ ਬੱਦਲ ਵਾਂਗ ਗੱਜ ਕੇ ਕਿਹਾ, ਮੇਰੇ ਬੂਟ ਕਿੱਥੇ ਨੇ? ਜੀ ਲਿਆਈ ਜੇ, ਕਹਿ ਕੇ ਤੇ ਬੂਟਾਂ ਨੂੰ ਚੁੱਕ ਕੇ ਉਹ ਛੇਤੀ ਛੇਤੀ ਉੱਪਰ ਗਈ। ਪਰ ਇਸ ਦੇ ਪੌੜੀਆਂ ਚੜ੍ਹਨ ਤੇ ਉੱਪਰ ਪਹੁੰਚਣ ਦੀ ਢਿੱਲ ਵਿੱਚ ਦੋਹਾਂ ਵਹੁਟੀ ਪੁੱਤਰ ਨੇ ਦਿਲ ਖੋਲ ਕੇ ਜ਼ਬਾਨ ਦੀ ਉੱਲੀ ਲਾ ਲਈ। ਪਹਿਲਾਂ ਜੋਗਿੰਦਰ ਸਿੰਘ ਬੋਲਿਆ, ਇਹੋ ਜਿਹਾ ਅਹਿਮਕਪੁਣਾ ਮੁੜ ਕੇ ਕੀਤਾ ਤਾਂ ਮਾਰ ਮਾਰ ਕੇ ਚੰਮ ਉਧੇੜ ਸੁੱਟਾਂਗਾ ਸੂ। ਇਸ ਦੇ ਨਾਲ ਨਾਲ ਹੀ ਦਲੀਪ ਕੌਰ ਕਹੀ ਜਾਂਦੀ ਸੀ, ਸਾਨੂੰ ਇਕੱਠੇ ਬੈਠਿਆਂ ਵੇਖ ਕੇ ਤੇ ਇਹਨੂੰ ਦਮੂਹੀ ਸਪਣੀ ਡੰਗ ਜਾਂਦੀ ਏ। ਜੇ ਮੁੜ ਕੇ ਏਦਾਂ ਕੀਤਾ ਤਾਂ ਚੂੰਡਾ ਪੁੱਟ ਕੇ ਹੱਥ ਵਿੱਚ ਦੇ ਦਿਆਂਗੀ, ਕਮਜਾਤ ਕਿਸੇ ਥਾਂ ਦੀ ਨਾ ਹੋਵੇ। ਉਹਨਾਂ ਹਜੇ ਹੋਰ ਪਤਾ ਨਹੀਂ ਕੀ ਕਹਿ ਜਾਣਾ ਸੀ, ਪਰ ਇੰਨੇ ਨੂੰ ਸ਼ਕੁੰਤਲਾ ਬੂਟਾਂ ਦਾ ਜੋੜਾ ਲੈ ਕੇ ਆ ਪਹੁੰਚੀ ਤੇ ਪਤੀ ਦੇ ਪੈਰਾਂ ਕੋਲ ਰੱਖ ਕੇ ਇੱਕ ਪਾਸੇ ਹੋ ਗਈ। ਸਕੂਲ ਦਾ ਮਾਸਟਰ ਜਦੋਂ ਕਿਸੇ ਮੁੰਡੇ ਨੂੰ ਸਵਾਲ ਕੱਢਦਿਆਂ ਸਾਰਿਆਂ ਤੋਂ ਪਛੜਿਆ ਵੇਖਦਾ ਹੈ ਤਾਂ ਉਸ ਪੁਰ ਦੰਦੀਆਂ ਪੀਣ ਲੱਗ ਪੈਂਦਾ ਹੈ, ਪਰ ਜਦੋਂ ਵੇਖਦਾ ਹੈ ਕਿ ਹੋਰ ਸਾਰਿਆਂ ਮੁੰਡਿਆਂ ਦੇ ਸਵਾਲ ਗਲਤ ਹਨ ਤੇ ਕੇਵਲ ਉਸੇ ਦੇਰ ਨਾਲ ਕੱਢਣ ਵਾਲੇ ਦੇ ਹੀ ਠੀਕ ਹਨ ਤਾਂ ਉਹ ਆਪਣੇ ਕੀਤੇ ਤੇ ਸ਼ਰਮਸਾਰ ਹੋ ਜਾਂਦਾ। ਦੋਹਾਂ ਨੇ ਜਦ ਬੂਟਾਂ ਦੀ ਸ਼ੀਸ਼ੇ ਵਰਗੀ ਚਮਕ ਵੇਖੀ, ਉਹੀ ਬੂਟ ਜਿਹੜੇ ਹੁਣੇ ਚਿੱਕੜ ਨਾਲ ਛਿੱਤਰ ਬਣੇ ਹੋਏ ਸਨ, ਤਾਂ ਆਪਣੀ ਇਸ ਕਾਹਲੀ ਤੇ ਬੇਅਕਲੀ ਉੱਤੇ ਪਾਣੀ ਪਾਣੀ ਹੋ ਗਏ। ਜੁਲਾਹੇ ਦੀ ਨਾਲ ਜਿਉਂ-ਜਿਉਂ ਤਾਣੀ ਦੀ ਛਾਤੀ ਵਿੰਦੀ ਹੈ, ਤਿਉਂ-ਤਿਉਂ ਤਾਣੀ ਦਾ ਦਿਲ ਸਖਤ ਹੁੰਦਾ ਜਾਂਦਾ ਹੈ। ਸ਼ਕੁੰਤਲਾ ਨੇ ਕਿਸੇ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਉਹ ਸਭ ਕੁਝ ਕਹਿਣਾ ਜਾਣਦੀ ਸੀ, ਕਹਿ ਵੀ ਸਕਦੀ ਸੀ, ਪਰ ਇੱਕੋ ਖਿਆਲ ਸੀ ਜਿਸ ਨੇ ਸਦਾ ਲਈ ਉਸ ਦੀ ਜ਼ਬਾਨ ਨੂੰ ਘੜੇ ਜਿੱਡਾ ਜਿੰਦਰਾ ਮਾਰਿਆ ਹੋਇਆ ਸੀ ਕਿ ਇਹ ਸਭ ਕੁਝ ਮੇਰਾ ਹੀ ਪੈਦਾ ਕੀਤਾ ਹੋਇਆ ਹੈ। ਮੈਂ ਹੀ ਮਹੀ ਜਿੱਡਾ ਜੇਰਾ ਕਰਕੇ ਇਹ ਸਭ ਕੁਝ ਝੱਲਣ ਦਾ ਪ੍ਰਣ ਕਰ ਚੁੱਕੀ ਹੋਈ ਹਾਂ। ਇਸ ਖਜਾਲਤ ਤੋਂ ਬਚਣ ਲਈ ਜੋਗਿੰਦਰ ਸਿੰਘ ਛੇਤੀ-ਛੇਤੀ ਬੂਟ ਪਾ ਕੇ ਬਾਹਰ ਚਲਾ ਗਿਆ ਤੇ ਦਲੀਪ ਕੌਰ ਮੂੰਹ ਵਿੱਚ ਬੁੜਬੁੜਾਉਂਦੀ ਹੋਈ ਅੰਦਰ ਜਾ ਕੇ ਲੰਮੀ ਪੈ ਗਈ। ਸ਼ਕੁੰਤਲਾ ਇੱਕ ਠੰਡਾ ਸਾਹ ਲੈ ਕੇ ਅੱਖਾਂ ਭਰ ਕੇ ਹੇਠਾਂ ਉਤਰੀ। ਧੰਨਵਾਦ।